ਵਾਹਿਗੁਰੂ ਸਾਹਿਬ ਜੀਓ। ਚੌਪਈ ਸਾਹਿਬ। ਹਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਆਪਾਂ ਕੱਲ ਵੀ ਇਹਦੇ ਉੱਤੇ ਵਿਚਾਰ ਕੀਤੀ ਸੀ। ਸਾਡੇ ਮਨ ਦੀ ਇੱਛਾ ਕੀ ਹੋਵੇ, ਤੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ तो ਤੁਸੀਂ परमात्मा ਦਾ ਨਾਮ ਜਪਦੇ ਹੋਗੇ, ਉਹਨੂੰ ਯਾਦ ਕਰਦੇ ਹੋਗੇ, ਉਹਦੇ ਕੋਲ ਮੰਗਦੇ ਹੋਗੇ। ਇੱਕ ਦ੍ਰਿੜਤਾ ਤੁਹਾਡੇ ਕੋਲ ਹੋਵੇਗੀ, ਸਮਾਂ ਤੁਸੀਂ ਲਾਉਂਦੇ ਹੋਗੇ, ਮਿਹਨਤ ਕਰਦੇ ਹੋਗੇ ਤੇ ਮਿਲੇਗਾ ਜੋ ਵੀ ਮੰਗਦੇ ਹੋ। ਪਰ ਸਾਡੇ ਮਨ ਦੇ ਵਿੱਚ ਹੋਵੇ ਕੀ ਇੱਛਾ ਕੀ ਹੋਵੇ, ਉਹ ਅਸੀਂ ਆਪਣੇ ਰਹਿਬਰ ਤੋਂ ਸਿੱਖਿਆ ਹੋਵੇ ਚੰਗੀ ਤਰ੍ਹਾਂ, ਆਪਣੇ ਰਹਿਬਰ ਤੋਂ, ਆਪਣੇ ਗੁਰੂ ਤੋਂ, ਆਪਣੇ ਉਸਤਾਦ ਤੋਂ ਚੰਗੀ ਤਰ੍ਹਾਂ ਸਿੱਖਿਆ ਹੋਵੇ। ਹਮਰੀ ਕਰੋ ਹੱਥ ਦੇ ਰੱਛਾ, ਮੇਰੀ ਰੱਖਿਆ ਕਰੋ ਹੱਥ ਦੇ ਕਰਕੇ। ਇਹ ਵਾਹਿਗੁਰੂ ਜੀ ਮੇਰੀ ਹੱਥ ਦੇ ਕਰਕੇ ਰੱਖਿਆ ਕਰੋ। ਜੋ ਮੇਰੇ ਮਨ ਦੀ ਇੱਛਾ ਹੈ ਉਹ ਪੂਰੀ ਹੋ ਜਾਵੇ। ਹੁਣ ਤੁਹਾਡੇ ਮਨ ਦੀ ਇੱਛਾ ਕੀ ਚਾਹੁੰਦੇ? ਧਰਮ ਤੋਂ ਚਾਹੁੰਦੇ ਕੀ ਹੋ? ਧਰਮ ਦੀ ਸਟੱਡੀ ਕਰਨੀ ਪਵੇਗੀ, ਧਰਮ ਦੀ ਖੋਜ ਕਰਨੀ ਪਵੇਗੀ। ਕੇਵਲ ਪੜ੍ਹਿਆ ਸਰਨਾ ਨਹੀਂ। ਜਿਸ ਦਾ ਵੀ ਸਹਿਜ ਦਾ ਜੀਵਨ ਹੈ, ਜਿਸ ਤਰ੍ਹਾਂ ਦਾ ਉਹ ਜੀਵਨ ਜਿਉ ਰਿਹਾ ਤੇ ਮਾਲਕ ਨੂੰ ਯਾਦ ਕਰਦਾ, ਉਹਦੇ ਨਾਲ ਦਾ ਦੂਸਰਾ ਇਨਸਾਨ ਨਹੀਂ। ਚਾਹੇ ਕੋਈ ਜਿੰਨੇ ਮਰਜ਼ੀ ਅਡੰਬਰ ਰਚਾਈ ਕਰਦਾ, ਨੋਟ ਕਰ ਲੈਣਾ। ਚਾਹੇ ਕੋਈ ਜਿੰਨੇ ਮਰਜ਼ੀ ਅਡੰਬਰ ਰਚਾਈ ਫਿਰਦਾ ਤੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਧਾਰਮਿਕ ਅਖਵਾਈ ਫਿਰਦਾ, ਪਰ ਜਿਹੜਾ ਆਮ ਇਨਸਾਨ ਹੈ ਸਹਿਜ ਦੀ ਜ਼ਿੰਦਗੀ ਜਿਉ ਰਿਹਾ, ਜਿਸ ਤਰ੍ਹਾਂ ਦੀ ਵੀ ਉਹਦੀ ਜ਼ਿੰਦਗੀ ਹੈ ਉਸ ਤਰ੍ਹਾਂ ਦੀ ਜਿਉ ਰਿਹਾ ਤੇ ਨਿਰੰਕਾਰ ਨੂੰ ਯਾਦ ਕਰ ਰਿਹਾ। ਸਿੱਖ ਧਰਮ ਵਿੱਚ ਹੈ ਤੇ ਜਿੰਨਾ ਕੁ ਵੀ ਮੂਲ ਮੰਤਰ ਦਾ ਪਾਠ ਕਰ ਸਕਦਾ, ਜੇ ਅੰਮ੍ਰਿਤ ਨਹੀਂ ਛਕਿਆ ਤੇ ਅੰਮ੍ਰਿਤ ਛਕਣ ਤੋਂ ਬਾਅਦ ਜਿੰਨਾ ਕੁ ਵਾਹਿਗੁਰੂ ਕਰ ਸਕਦਾ ਬਸ ਉਹਦੇ ਲਾਇਦਾ ਹੈ। ਬਾਕੀ ਜਿੱਦਾਂ ਤੁਸੀਂ ਗੁਰਮਤਿ ਨੂੰ ਖੋਜ ਕੇ ਵੇਖੋਗੇ, ਗੁਰਬਾਣੀ ਕਹਿੰਦੀ ਕਿਸੇ ਵੀ ਪਾਠ ਪੜ੍ਹਨ ਦਾ ਜਾਂ ਤੀਰਥਾਂ ਤੇ ਜਾਣ ਦਾ ਧਾਰਮਿਕ ਫਲ ਤੁਹਾਨੂੰ ਕੋਈ ਨਹੀਂ। ਧਾਰਮਿਕ ਫਲ ਹੁਣ ਆਖਣਗੇ ਤਾਂ ਮਿਲਦਾ ਫਲ ਤਾਂ ਉਹ ਪਿਆਰੇ ਸਵਰਗ ਹੈ। ਸਵਰਗ ਤੇ ਜੇ ਤੁਸੀਂ ਸਵਰਗ ਚਾਹੁੰਦੇ ਹੋ ਤੇ ਬਿਲਕੁਲ ਮਿਲੇਗਾ, ਕੋਈ ਦੋ ਰਾਇਆ ਨਹੀਂ। ਜੇਕਰ ਸਵਰਗ ਚਾਹੁੰਦੇ ਹੋ ਤੇ ਮਿਲੇਗਾ। ਜੇ ਤੁਸੀਂ ਪੂਰਨਤਾ ਚਾਹੁੰਦੇ ਹੋ ਜੇ ਰੱਬ ਮਿਲ ਜਾਏਗਾ, ਨਹੀਂ ਐਵੇਂ ਨਹੀਂ ਮਿਲਦਾ। ਬਿਲਕੁਲ ਕੋਈ ਗੱਪ ਹੈ। ਤੇ ਤੁਹਾਡੇ ਮਨ ਵਿੱਚ ਇੱਛਾ ਕਿਹੋ ਜਿਹੀ ਚਾਹੀਦੀ ਜਿਹੜੀ ਪੂਰਨ ਹੋ ਜਾਵੇ? ਪੂਰਨ ਹੋ ਜਾਵੇ ਇੱਛਾ ਕਿਹੋ ਜਿਹੀ ਚਾਹੀਦੀ? ਅੱਜ ਵੀ ਇੱਕ ਸਵਾਲ ਛੱਡਿਆ ਸੀ ਆਪਾਂ ਸੁਬਾਹ, ਉਹ ਫਿਰ ਫੇਸਬੁੱਕ ਤੇ ਵੀ ਛੱਡਿਆ। ਅਗਰ ਤੁਹਾਡੇ ਸਾਹਮਣੇ ਰੱਬ ਆ ਜਾਵੇ, ਮੰਨ ਕੇ ਚਲੋ ਰੱਬ, ਖੁਦਾ, ਵਾਹਿਗੁਰੂ ਜੀ, ਤੇ ਤੁਹਾਨੂੰ ਪੁੱਛੇ ਵੀ ਕੀ ਚਾਹੀਦਾ ਤੇ ਕੀ ਮੰਗੋਗੇ? ਇਹ ਬੜੇ ਅਜੀਬ ਸਾਰਿਆਂ ਦੇ ਕਮੈਂਟ ਆਏ ਵੀ ਕੀ ਚਾਹੀਦਾ ਸਾਨੂੰ। ਕੋਈ ਕਹਿੰਦਾ ਮੰਗਣਾ ਨਹੀਂ, ਘਰ ਜਾ ਸਗੋਤੇ ਮੰਗਣਾ ਤੇ ਆਪਾਂ ਦੇ ਨਾਮ ਮੰਗਾਂਗੇ। ਕੋਈ ਕਹਿੰਦਾ ਸਰਬੱਤ ਦਾ ਭਲਾ ਮੰਗਾਂਗੇ। ਕੋਈ ਕਹਿੰਦਾ ਅਸੀਂ ਮੰਗਾਂਗੇ ਜੀ ਸਾਨੂੰ ਦੇਸ਼ ਦੇ ਦਿਓ ਖਾਲਿਸਤਾਨ, ਰੱਬ ਆ ਜੇ। ਤੇ ਇਹਦੇ ਨਾਲ ਹੁੰਦਾ ਕਿ ਤੁਹਾਡੇ ਅੰਦਰ ਦੀ ਮਾਨਸਿਕਤਾ ਬਾਹਰ ਆ ਜਾਂਦੀ। ਮਾਨਸਿਕਤਾ ਜਦੋਂ ਵੀ ਕੋਈ ਲਫ਼ਜ਼ ਬੋਲਦਾ ਉਹ ਧਰਮ ਨੂੰ ਲੈ ਕੇ ਕੀ ਕੁਝ ਮੰਗਦਾ ਜਾਂ ਧਾਰਮਿਕ ਕਿਸ ਤਰ੍ਹਾਂ ਦਾ ਹੈ। ਉਹ ਜਦੋਂ ਬੋਲੇਗਾ ਨਾ ਉਹਦਾ ਅੰਦਰ ਫੁੱਟ ਕੇ ਬਾਹਰ ਆ ਜਾਏਗਾ ਵੀ ਇਸ ਤਰ੍ਹਾਂ ਦਾ ਧਾਰਮਿਕ ਹੈ। ਧਾਰਮਿਕ ਕਿਸ ਤਰ੍ਹਾਂ ਦਾ ਹੈ ਉਹ ਜਦੋਂ ਇਨਸਾਨ ਬੋਲੇਗਾ, ਆਪਣੇ ਕਮੈਂਟ ਰੱਖੇਗਾ, ਆਪਣੇ ਵਿਊ ਰੱਖੇਗਾ, ਆਪਣੇ ਬੋਲੇਗਾ, ਆਪਣੀ ਆਵਾਜ਼ ਬਾਹਰ ਰੱਖੇਗਾ, ਆਪਣੇ ਵਿਚਾਰ ਦੂਸਰੇ ਨੂੰ ਦੱਸੇਗਾ ਤੇ ਉਹਦੇ ਵਿਚਾਰਾਂ ਵਿੱਚੋਂ ਉਹਦੀ ਮਾਨਸਿਕਤਾ, ਉਹ ਇਨਸਾਨ ਕਿਸ ਤਰ੍ਹਾਂ ਦਾ ਹੈ ਮਾਨਸਿਕ ਤੌਰ ਤੇ ਉਹ ਬਿਲਕੁਲ ਸਪਸ਼ਟ ਹੋ ਜਾਵੇਗਾ। ਲਗਾ ਕੇ ਕੁਝ ਨਹੀਂ ਰੱਖ ਸਕਦਾ। ਜਿਹੜਾ ਸਹਿਜ ਸੁਭਾਅ ਬੋਲੇ, ਚਲਾਕੀ ਨਾਲ ਬੋਲੇ ਤੇ ਬੜਾ ਕੁਝ ਲਗਾ ਕੇ ਰੱਖ ਸਕਦਾ। ਪਰ ਜਿਹੜਾ ਸਹਿਜ ਸੁਭਾਅ ਬੋਲੇ ਤੇ ਸੱਚ ਬੋਲੇ, ਉਹਦਾ ਅੰਦਰੋਂ ਜੋ ਕੁਝ ਹੈ ਉਹ ਬਾਹਰ ਆ ਜਾਵੇਗਾ। ਪਤਾ ਲੱਗ ਜਾਵੇਗਾ ਇਹ ਧਾਰਮਿਕ ਕਿਸ ਤਰ੍ਹਾਂ ਦਾ ਹੈ। ਸੋ ਪਿਆਰਿਓ, ਮੰਗਣਾ, ਅਗਰ ਤੁਹਾਡੇ ਸਾਹਮਣੇ ਰੱਬ ਆ ਜਾਵੇ ਕਿ ਉਹਦੇ ਕੋਲੋਂ ਮੰਗਣਾ ਕੀ? ਵੀ ਨਾਮਦਾਨ ਦੇ ਦੇ। ਨਾਮਦਾਨ ਤਾਂ ਪਹਿਲਾਂ ਆਪਾਂ ਗੁਰੂ ਤੋਂ ਮੰਗਣਾ ਵੀ ਨਾਮਦਾਨ ਦੇ ਦਿਓ ਸਤਿਗੁਰੂ ਜੀ, ਤੇ ਕਿਰਪਾ ਕਰਕੇ ਐਸਾ ਦੇ ਦਿਓ ਕਿ ਮੈਂ ਇਹਦੇ ਵਿੱਚ ਪਿਆਰ ਬਣਾ ਸਕਾਂ। ਤੇ ਨਾਮ ਜਪਦੇ ਰੱਬ ਮਿਲਣਾ। ਨੋਟ ਕਰ ਲੈਣਾ, ਨੁਕਤੇ ਹੁੰਦੇ ਕੋਈ
ਜਿੰਨਾ ਚਿਰ ਨੁਕਤੇ ਸਾਡੇ ਦਿਮਾਗ ਵਿੱਚ ਨਾ ਵੜਨ ਸਾਨੂੰ ਪਤਾ ਨਹੀਂ ਲੱਗਦਾ, ਤੁਹਾਨੂੰ ਪਤਾ ਨਹੀਂ ਲੱਗ ਸਕਦਾ ਵੀ ਕਿਵੇਂ ਹੈ ਰੱਬ ਮਿਲਣਾ ਕਿਵੇਂ। ਨਾਮ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ, ਜੇ ਨਾਮ ਮੰਗਣਾ ਜਾਂ ਕੋਈ ਆਖੇ ਮੈਨੂੰ ਜੀ ਜਪਜੀ ਸਾਹਿਬ ਦਾ ਪਾਠ ਮਹਾਰਾਜ ਜੀ ਪੜਿਆ ਨਹੀਂ ਜਾਂਦਾ, ਕਿ ਹੁਣ ਰੱਬ ਮਿਲੇ ਤਾਂ ਥੋੜਾ ਆਖਣਾ ਵੀ ਰੱਬ ਮਿਲੇ ਤੇ ਆਖੀ ਰੱਬ ਮਿਲੇਗਾ ਕਿਵੇਂ। ਅਸਕਰ ਤੇ ਤੁਸੀਂ ਕੁਝ ਕੀਤਾ ਹੋਵੇਗਾ ਜਿਹੜਾ ਰੱਬ ਤੁਹਾਡੇ ਸਾਹਮਣੇ ਆ ਜਾਏਗਾ। ਤੇ ਜੇ ਤੁਸੀਂ ਨਾਮ ਜਪਿਆ 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 ਤੇ ਸਤਿਗੁਰੂ ਨੂੰ ਆਖਿਆ ਮਾਲਕ ਜੀ ਨਾਮ ਦਾਨ ਦਿਓ ਜੀ, ਨਾਮ ਕਿਰਪਾ ਕਰਕੇ ਮੇਰੇ ਮਨ ਵਿੱਚ ਵਸ ਜਾਵੇ ਤੇ ਵਸ ਜਾਵੇ, ਵਸ ਜਾਵੇ ਤੇ ਵਸ ਜਾਵੇ ਤੇ ਵਸ ਜਾਵੇ, ਸਾਰਾ ਕੁਝ ਪਿੱਛੇ ਛੱਡ ਦੇ। ਤੇ ਇੱਕ ਦਿਨ ਐਸਾ ਆ ਜੇ ਜਿੱਦਣ ਨੂੰ ਤੁਹਾਡੇ ਸਾਹਮਣੇ ਆ ਕੇ ਰੱਬ ਖਲੋ ਜਾਵੇ, ਵੈ ਵੀ ਤੇਰੀ ਮੈਂ ਬੰਦਗੀ ਤੋਂ ਖੁਸ਼ ਹਾਂ, ਉਦੋਂ ਕੀ ਮੰਗਣਾ। ਇਹ ਸਵਾਲ ਹੈ ਆਪਣਾ ਜਿਹੜਾ ਸੁਬਾਹ ਵੀ ਆਪਾਂ ਛੱਡਿਆ ਸੀ। ਸਵਾਲ ਕੀ ਹੈ ਵੀ ਜੇ ਬਾਈ ਚਾਂਸ ਰੱਬ ਮਿਲ ਜਾਵੇ ਤੇ ਫਿਰ ਉਹ ਰੱਬ ਕੋਲੋਂ ਐਂ ਥੋੜਾ ਆਖਾਂਗੇ ਜਦੋਂ ਰੱਬ ਆ ਕੇ ਖੜਾ ਸਾਹਮਣੇ ਖਲੋ ਗਿਆ ਤੇ ਰੱਬਾ ਨਾਮਦਾਨ ਦੇ ਦੇ ਆਪਦਾ। ਨਾਮਦਾਨ ਤੇ ਆਪਾਂ ਗੁਰੂ ਤੋਂ ਪ੍ਰਾਪਤ ਕੀਤਾ ਤੇ ਗੁਰੂ ਅੱਗੇ ਅਰਦਾਸਾਂ ਕਰਦੇ ਰਹੇ, ਸਤਿਗੁਰੂ ਜੀ ਨਾਮਦਾਨ ਦੇ ਦਿਓ ਕਿਰਪਾ ਕਰਕੇ ਤਾਂ ਜੋ ਮੈਂ ਧਾਰਮਿਕ ਬਣ ਸਕਾਂ ਅੰਦਰੋਂ। ਤੇ ਆਪਾਂ ਨਾਮ ਜਪਦੇ ਜਪਦੇ ਰੱਬ ਦੀ ਪ੍ਰਾਪਤੀ ਕਰ ਲਈ, ਰੱਬ ਸਾਡੇ ਸਾਹਮਣੇ ਆ ਜਾਵੇ ਉਦਾਹਰਨ ਦੇ ਤੌਰ ਤੇ ਮੰਨ ਕੇ ਚਲੋ, ਤੇ ਅਸੀਂ ਮੰਗਣਾ ਉਹਦੇ ਕੋਲੋਂ ਕੀ ਹੈ। ਇਹ ਆਪਾਂ ਇਹਦੇ ਤੇ ਜਿਹੜਾ ਉੱਤਰ ਹੈ ਕੱਲ੍ਹ ਨੂੰ ਦੇਵਾਂਗੇ। ਆਪਣੇ ਪਰਿਵਾਰਾਂ ਵਿੱਚ ਆਪਾਂ ਇਹਦੇ ਤੇ ਡਿਬੇਟ ਕਰਨੀ, ਸੋਚਣਾ ਤੇ ਵਿਚਾਰਨਾ, ਪਤਾ ਲੱਗੂ ਤੁਹਾਡਾ ਧਾਰਮਿਕ ਪਰਿਵਾਰ ਕਿੰਨਾ ਕੁ ਹੈ, ਤੁਸੀਂ ਕਿੰਨਾ ਕੁ ਧਰਮ ਨੂੰ ਮੰਨਦੇ, ਕਿੰਨੇ ਕੁ ਸੋਝੀਵਾਨ ਹੋ, ਤੇ ਵਾਕਈ ਤੁਸੀਂ ਅੰਦਰੋਂ ਇਹ ਖੋਜਣਾ ਚਾਹੁੰਦੇ। ਤੇ ਜੇ ਤੁਸੀਂ ਖੋਜਣਾ ਚਾਹੁੰਦੇ ਹੋ ਤੇ ਇਹਦੇ ਉੱਤੇ ਵਿਚਾਰ ਕਰਨੀ ਵੀ ਕੀ ਮੰਗਣਾ ਚਾਹੀਦਾ। ਵੀ ਮੰਨ ਕੇ ਚਲੋ ਜੇ ਰੱਬ ਆ ਜੇ, ਸਾਨੂੰ ਮੰਗਣ ਦਾ ਹੀ ਨਹੀਂ ਪਤਾ ਵੀ ਮੰਗਣਾ ਕੀ, ਤੇ ਉਹ ਆਪਾਂ ਵਿਚਾਰ ਕਰਨੀ ਉਹ ਕੱਲ੍ਹ ਨੂੰ ਕਰਾਂਗੇ। ਸੋ ਸਤਿਗੁਰੂ ਜੀ ਨੇ ਤੁਹਾਡੇ ਮਨ ਵਿੱਚ ਵਿਚਾਰ ਕਿਸ ਤਰ੍ਹਾਂ ਦੀ ਹੋਵੇ, ਜਿਹੜੀ ਆਸਾ ਹੈ ਮਨਸਾ ਪੂਰਨ ਹੋਏ ਚਿੱਤ ਕੀ ਇੱਛਾ, ਤੁਹਾਡੇ ਚਿੱਤ ਵਿੱਚ ਇੱਛਾ ਕਿਹੋ ਜੀ, ਉਹ ਪੂਰਨ ਤੇ ਤਾਂ ਹੀ ਹੋਵੇ ਜਿਹਨੂੰ ਤੁਹਾਨੂੰ ਪਹਿਲਾਂ ਪਤਾ ਹੋਵੇ ਵੀ ਤੁਸੀਂ ਚਾਹੁੰਦੇ ਕੀ ਹੋ। ਕਿਤੇ ਕੰਨਾਂ 'ਚ ਤੀਨ ਤਾਂ ਨਹੀਂ ਚਾਹੀ ਜਾਂਦੇ, ਕਿਤੇ ਦਿਮਾਗ 'ਚ ਸ਼ਾਂ ਤਾਂ ਨਹੀਂ ਚਾਹੀ ਜਾਂਦੇ। ਇਹ ਤਾਂ ਖਿਡੌਣਾ ਹੈ, ਖਿਡੌਣਾ ਜਿਵੇਂ ਬੱਚਿਆਂ ਦੇ ਹੱਥ ਵਿੱਚ ਖਿਡੌਣਾ ਫੜਾ ਦੇਈਦਾ ਤੇ ਬੱਚਾ ਬੜਾ ਖੁਸ਼ ਹੁੰਦਾ। ਕੋਈ ਚਾਬੀ ਵਾਲੇ ਹੁੰਦੇ ਤੇ ਕੋਈ ਖਿਡੌਣੇ ਹੁੰਦੇ ਉਹ ਸੱਲਾਂ ਵਾਲੇ, ਤੇ ਇਹ ਖਿਡੌਣਾ ਕੀ ਹੈ, ਸੱਲਾਂ ਵਾਲਾ। ਇਹ ਖਿਡੌਣਾ ਕੰਨ 'ਚ ਟੀ ਦਿਮਾਗ 'ਚ ਸ਼ਾਂ ਬੀਲਿਆਂ ਦਾ ਸੁਣਨਾ ਕੀ ਹੈ, ਸੱਲਾਂ ਵਾਲਾ ਖਿਡੌਣਾ। ਤੁਸੀਂ ਵੇਖ ਲੈਣਾ ਆਪਣੇ ਮੋਬਾਈਲ ਆ ਗਏ ਬੈਟਰੀ ਵਾਲੇ, ਤੇ ਜੋ ਮਰਜੀ ਸਾਰਾ ਦਿਨ ਹੀ ਬੁਲਾਈ ਚੱਲੋ ਇਹਨਾਂ ਤੋਂ। ਬਸ ਇਸੇ ਤਰ੍ਹਾਂ ਦੇ ਬੈਟਰੀ ਵਾਲੇ ਮੋਬਾਈਲ ਹਨ ਜਿਹੜੇ ਕੰਨ ਦੇ ਵਿੱਚ ਬੀਲੇ ਖੜਕਣੇ ਤੇ ਕਈ ਤਰ੍ਹਾਂ ਦੇ ਕੌਤਕ ਹੋਣੇ। ਨਸ਼ਾ ਪੀ ਲੈਣਾ, ਤੁਸੀਂ ਵੇਖ ਲੈਣਾ ਜਿਹਨੇ ਨਸ਼ਾ ਪੀਤਾ ਹੁੰਦਾ ਉਹਨੂੰ ਪਤਾ ਨਹੀਂ ਆਪਦੀਆਂ ਹੀ ਮਾਰਦਾ, ਉਹ ਕਿਸੇ ਹੋਰ ਦੁਨੀਆ 'ਚ ਹੀ ਹੁੰਦਾ, ਕਿਸੇ ਹੋਰ ਦੁਨੀਆ 'ਚ। ਆ ਥੋੜੇ ਕੁ ਦਿਨ ਮੇਰਾ ਕੱਲ੍ਹ ਦੀ ਕਿਸੇ ਨੇ ਵੀਡੀਓ ਵੇਖੀ ਹੋਈ, ਪੁਲਿਸ ਵਾਲੇ ਇੱਕ ਬੰਦੇ ਨੂੰ ਘੇਰ ਲੈਂਦੇ, ਉਹਦਾ ਨਸ਼ਾ ਪਤਾ ਲੱਗਾ ਹੁੰਦਾ, ਥੋੜਾ ਜਿਹਾ ਉਹਨੂੰ ਪਾਸੇ ਲੈ ਜਾਂਦੇ ਤੇ ਉਹਨਾਂ ਨੂੰ ਨਹੀਂ ਪਤਾ ਕੋਈ ਕੈਮਰਾ ਲਾਈ ਬੈਠਾ ਸਾਡੇ ਉੱਤੇ। ਉਹਨੂੰ ਕਹਿੰਦੇ ਵੀ ਹੁਣ ਜ਼ਮਾਨਾ ਇਸ ਤਰ੍ਹਾਂ ਦਾ ਆ ਗਿਆ ਮਿੱਤਰਾ, ਰੁਪਈਆ 15,000 ਤੇ ਹੋ ਸਕਦਾ 20,000 ਅਸੀਂ ਚਲਾਨ ਕੱਟ ਦਈਏ, ਤੇ ਜੇ ਬਚਣਾ ਚਾਹੁੰਦਾ ਤੇ ਰੁਪਈਆ 1,000 ਸਾਨੂੰ ਦੇ ਦੇ। ਇੱਥੇ 1,000 ਦੇਣਾ ਹੀ ਕਿ ਉੱਥੇ 23,000 ਦੇਣਾ ਹੀ, ਤੇਰੀ ਮਰਜ਼ੀ। ਇਹ ਪਹਿਲਾਂ ਤੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਜਿਹੜਾ ਰੇਟ ਵਧਿਆ ਉਹਨਾਂ ਦਾ ਤੇ ਰੇਟ ਵਧਿਆ ਤੇ ਸਾਡੇ ਵੀਰਾਂ ਦਾ ਵੀ, ਖਾਕੀ ਵਰਦੀ ਵਾਲਿਆਂ ਦਾ ਵੀ ਵੱਜਣਾ। ਨਾਲ ਦੀ ਨਾਲ ਹੀ ਕੜਾਚ ਕਰਕੇ ਰੇਟ ਇਹਨਾਂ ਦਾ ਬੜੇ ਖੁਸ਼ ਹੋਏ। ਬੜੇ ਖਾਕੀ ਵਰਦੀ ਵਾਲੇ ਸਾਡੇ ਵੀਰ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਸੰਭਾਲਦੇ, ਉਹਨਾਂ ਨੂੰ ਪਤਾ ਪਹਿਲਾਂ ਤਾਂ ਜੇ ਅਗਲਾ ਥੋੜੀ ਜਿਹੀ ਢਿੱਲੀ ਕਰਦਾ ਸੀ ਤੇ ਜਿਹਨੂੰ ਆਖਿਆ ਵੀ ਲੈ ਵੀ ਜਵਾਨਾ ਆਹ ਰੇਟ ਵਧੇ ਹੀ ਇੰਨੇ ਤੇਰੇ ਚਲਾਨ ਬਣਦੇ ਤੇ ਰੁਪਈਆ ਤੇਰਾ ਹੋ ਸਕਦਾ ਕਿਸੇ ਦਾ 5,000, ਕਿਸੇ ਦਾ 10,000, ਕਿਸੇ ਦਾ 12,000, 15,000, 20,000, 25,000 ਤੱਕ ਚਲਾਨ ਹੈ। ਅਗਲੇ ਨੂੰ ਆਖਣ ਲੱਗ ਵੀ 25 ਠੁੱਕ ਜਾਣੇ ਤੇ 10। ਇਹੋ ਇਸੇ ਤਰ੍ਹਾਂ ਹੀ ਹੋਇਆ। ਠੀਕ, ਉਹ ਬੰਦਾ ਸ਼ਰਾਬੀ ਜਾਂ ਉਹਨੇ ਕੋਈ ਨਸ਼ਾ ਕੀਤਾ ਹੋਇਆ ਸੀ, ਹਿੱਲਦਾ ਡਿੱਗਦਾ, ਉਹਨੇ ਆਪਦੇ ਪਹਿਲਾਂ ਦੇ ਜੇਬਾਂ ਵਿਖਾਈਆਂ, ਆਹ ਲੋ ਦੇਖ ਲਓ ਮੇਰੀਆਂ ਜੇਬਾਂ। ਫਿਰ ਉਹਨੇ ਆਪਦੇ ਕੱਪੜੇ ਪਾੜੇ ਸਾਰੇ ਰੀਝ ਨਾਲ ਧਰਤੀ ਉੱਤੇ ਲਿਟਿਆ ਤੇ ਪੁਲਿਸ ਵਾਲੇ ਸਹਿਜ ਨਾਲ ਖਸਕੰਤ 5 ਹੋ ਗਏ। ਖਸਕੰਤ 5 ਇਹ ਤਾਂ ਨੰਗ ਕੋਰਾ। ਜਿਹੜਾ ਤੁਹਾਡੇ ਅੰਦਰ ਦਾ ਨਸ਼ਾ ਤੁਹਾਨੂੰ ਪਤਾ ਕੀ ਕਰਦਾ ਹੈ। ਜਿਹੜਾ ਕੋਈ ਨਸ਼ਾ ਕਰਦਾ ਹੋਵੇ ਤੇ ਓਵਰਡੋਜ਼ ਤੱਕ ਪਹੁੰਚਦਾ ਹੋਵੇ, ਦਿਮਾਗ ਘੁਮਾਉਣਾ। ਜਿਹੜੇ ਨਸ਼ਾ ਖਾਣ ਵਾਲੇ ਬੰਦੇ ਹੁੰਦੇ ਆਂਦੇ ਇੰਨਾ ਕੁ ਖਾਈਏ ਜੇ ਦਿਮਾਗ ਹੀ ਨਾ ਘੁੰਮੇ ਤੇ ਨਸ਼ਾ ਕਾਹਦਾ। ਇਹ ਰਿਧੀ ਸਿੱਧੀ ਵੀ ਇੱਕ ਨਸ਼ਾ ਹੈ। ਇਹ ਆਂਦੇ ਜੇ ਦਿਮਾਗ ਨਾ ਘੁੰਮੇ ਤੇ ਫਿਰ ਨਸ਼ਾ ਕਾਹਦਾ। ਰਿਧੀ ਸਿੱਧੀ ਚਿਰਨਾ ਚਿਰ, ਸਮਾਧੀ ਚਿਰਨਾ ਚਿਰ ਬੈਠੋ,
ਇੰਨਾ ਚਿਰ ਸਮਾਧੀ 'ਚ ਬੈਠੋਗੇ ਜਿਹੜਾ ਤੁਹਾਡਾ ਦਿਮਾਗ ਹੈ ਉਹ ਉਹਨਾਂ ਰਿਧੀਆਂ ਸਿੱਧੀਆਂ ਦੇ ਵਸ ਵਿੱਚ ਚੱਲ ਜਾਵੇ। ਐਸ ਕਰਕੇ ਜਿਹੜਾ ਪੀਰ ਫਕੀਰ ਹੈ ਉਹ ਕਿਸੇ ਦਾ ਸਕਾ ਨਹੀਂ ਹੁੰਦਾ। ਪੀਰ ਫਕੀਰ ਜਾਂ ਕੋਈ ਆਤਮਾ ਜਾਂ ਕੋਈ ਭੂਤ ਜਾਂ ਕੋਈ ਪ੍ਰੇਤ ਕਹਿੰਦੇ ਇਹ ਨਹੀਂ ਕਿਸੇ ਦੇ ਸਕੇ ਹੁੰਦੇ। ਮੰਨ ਕੇ ਚਲੋ ਸਾਡੇ ਪਰਿਵਾਰ ਵਿੱਚੋਂ ਕੋਈ ਚੱਲ ਜਾਂਦਾ ਇਹੋ ਜਿਹਾ ਬੰਦਾ ਤੇ ਉਹ ਤੁਹਾਡੇ ਪਰਿਵਾਰ ਵਿੱਚ ਹੀ ਆ ਜਾਂਦਾ, ਉਹਦੇ ਇਹ ਨਹੀਂ ਕਿਸੇ ਦਾ ਸਕਾ ਆਪਣਾ ਨਹੀਂ ਹੋਣੇ। ਇਹਨੂੰ ਕੋਈ ਯਤਨ ਕਰੀਏ ਇਹ ਸਾਡੇ ਘਰ ਵਿੱਚ ਨਾ ਰਵੇ। ਕੀ ਹੋਵੇਗਾ? ਉਹਨੂੰ ਨਸ਼ਾ ਹੋਵੇਗਾ ਉਹਨਾਂ ਰਿਧੀਆਂ ਤੇ ਸਿੱਧੀਆਂ ਦਾ, ਉਹ ਉਹਨਾਂ ਦੇ ਵਸ ਵਿੱਚ ਹੁੰਦਾ ਰਿਧੀਆਂ ਤੇ ਸਿੱਧੀਆਂ ਦੇ। ਮੰਗਣਾ ਕੀ ਹੈ, ਵਿਚਾਰ ਕੀ ਚੱਲ ਰਹੀ, ਮੰਗਣਾ ਕੀ, ਆਸਾ ਤੁਹਾਡੀ ਕਿਵੇਂ ਦੀ ਹੋਵੇ, ਮਨਸਾ ਕਿਵੇਂ ਦੀ ਹੋਵੇ, ਅੰਦਰੋਂ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੋਵੇ, ਚਿੱਤ ਤੁਹਾਡੇ ਦੀ ਇੱਛਾ ਕਿਵੇਂ ਦੀ ਹੋਵੇ, ਕੌਣ ਦੱਸੇਗਾ? ਤੁਹਾਡਾ ਸਤਿਗੁਰੂ। ਐਸ ਕਰਕੇ ਇੱਕ ਵਾਚਨ ਕਰੀਦੇ ਵੀ ਸਤਿਗੁਰੂ ਸਾਨੂੰ ਕਿਵੇਂ ਦਾ ਗਿਆਨ ਦਿੰਦੇ, ਸਤਿਗੁਰੂ ਸਾਨੂੰ ਕੀ ਕਹਿੰਦੇ। ਉਹਦੇ ਬਿਲਕੁਲ ਤੁਹਾਡਾ ਸਹਿਜ ਦਾ ਜੀਵਨ ਚਾਹੀਦਾ। ਸਹਿਜ ਤੁਸੀਂ ਜਿਸ ਤਰ੍ਹਾਂ ਦੇ ਵੀ ਹੋ, ਰੱਬ ਨੂੰ ਪ੍ਰਮਾਣ, ਉਹਨੂੰ ਕਿਸੇ ਤਰ੍ਹਾਂ ਦੀ ਤੁਹਾਡੇ ਤੋਂ ਕੋਈ ਪ੍ਰੋਬਲਮ ਨਹੀਂ। ਰੱਬ ਨੂੰ, ਖੁਦਾ, ਕਿਉਂਕਿ ਉਹ ਤੇ ਇੱਕ ਹਸਤੀ ਹੈ, ਉਹ ਇੱਕ ਸ਼ਕਤੀ ਹੈ, ਉਹ ਇੱਕ ਪਾਵਰ ਹੈ। ਹਾਂ, ਸਵਰਗ ਦੇ ਦੇਵੀ ਦੇਵਤਿਆਂ ਨੂੰ ਤੁਹਾਡੇ ਨਸ਼ੇ ਤੋਂ ਵੀ ਪ੍ਰੋਬਲਮ। ਜੇ ਤੁਸੀਂ ਹਿੰਦੂ ਹੋ ਤੇ ਹੋ ਸਕਦਾ ਤੁਸੀਂ ਗਾਂ ਮਾਰਦੇ ਤੇ ਉਹਨੂੰ ਬਹੁਤ ਵੱਡੀ ਪ੍ਰੋਬਲਮ, ਤੇ ਜੇ ਤੁਸੀਂ ਮੁਸਲਮਾਨ ਹੋ ਤੇ ਕਿਸੇ ਤੋਂ ਗਾਂ ਛਡਾਉਂਦੇ ਕੋਈ ਜੇਵਾ ਕਰ ਲੱਗਾ ਤੇ ਤੁਹਾਡੇ ਅੰਦਰ ਰਹਿਮ ਆ ਜਾਂਦਾ, ਉਹਦਾ ਛੱਡ ਹੋਏ ਤੂੰ ਜੇਵਾ ਕਰੇਗਾ, ਗਾਂ ਆਪਾਂ ਦੁੱਧ ਪੀਂਦੇ ਰਹੇ। ਤੇ ਉਹੋ ਜਿਹੜੇ ਫਰਿਸ਼ਤੇ ਉਹਨਾਂ ਦੇ ਉਹ ਉਹਦੇ ਤੇ ਨਾਰਾਜ਼ ਹੋਣਗੇ, ਉਹ ਇਹ ਸਾਡੇ ਵਾਸਤੇ ਬਲੀ ਦੇਣ ਲੱਗਾ ਸੀ ਤਾਂ ਤੂੰ ਰੋਕ ਦਿੱਤਾ। ਇਹ ਧਰਮ ਦੀ ਖੇਡ ਹੈ ਜਿਹੜੀ ਸਾਡੀ ਸਮਝ ਤੋਂ ਪਰੇ। ਤੇ ਬਿਲਕੁਲ ਸੱਚੀ ਗੱਲ ਐਵੇਂ ਹੀ, ਇਸ ਤਰ੍ਹਾਂ ਗੱਲ ਬਿਲਕੁਲ ਸੱਚੀ। ਅਸੀਂ ਰਿਧੀਆਂ ਸਿੱਧੀਆਂ ਦੇ ਯਾਰ ਨਹੀਂ। ਇਸ ਕਰਕੇ ਗੁਰੂ ਤੋਂ ਮੱਤ ਲੈਣੀ ਵੀ ਅਸੀਂ ਚਿੱਤ ਵਿੱਚ ਇੱਛਾ ਕਿਹੋ ਜਿਹੀ ਰੱਖਣੀ। ਇੱਛਾ ਪੂਰਨ ਹੋਏ ਚਿੱਤ ਕੀ ਇੱਛਾ। ਹੁਣ ਕਿਸੇ ਦੀ ਇੱਛਾ ਹੋਵੇ ਕੋਈ ਸੰਸਾਰੀ ਦੌਲਤ ਭਰਨ ਦੀ, ਤੇ ਕੋਈ ਇੱਛਾ ਰੱਖਦਾ ਹੋਵੇ, ਕੋਈ ਕੰਨਾ ਯਕੀਨ ਦੀ ਦਿਮਾਗ ਵਿੱਚ ਸਾਂ ਕੋਈ ਰਿਧੀਆਂ ਕੋਈ ਸਿੱਧੀਆਂ ਕੋਈ ਜੁਝਾਰ, ਤੇ ਆਖੇ ਵੀ ਮੇਰੀ ਇਹ ਪੂਰਨ ਹੋ ਜਾਵੇ ਤੇ ਅਰਦਾਸਾਂ ਕਰਦਾ ਵੇਖਰੇ ਹੁੰਦਾ। ਇਹ ਜਿਹੜਾ ਚੌਪਈ ਸਾਹਿਬ ਦੇ ਪਾਠ ਕਰਾਉਣ ਵਾਲੇ ਬਾਬੇ ਗਿਣਤੀਆਂ ਦੇ, ਕਿਉਂਕਿ ਹੁੰਦਾ ਕੀ ਇੱਕੋ ਬਾਬਾ ਨਹੀਂ ਕਹਿੰਦਾ ਬ੍ਰਹਮ ਕਵਜ ਉਹਦਾ ਪਾਠ ਕਰਿਆ ਜੀ ਇੰਨੀ ਵਾਰੀ। ਤੇ ਕੀ ਹੈ, ਰਿਧੀਆਂ ਤੇ ਸਿੱਧੀਆਂ ਆਉਣਗੀਆਂ, ਬਿਲਕੁਲ ਆਉਣਗੀਆਂ। ਹਮਰੀ ਕਰੋ ਹਾਥੇ ਰੱਛਾ ਤੇ ਪੂਰਨ ਹੋਏ ਚਿੱਤ ਕੀ ਇੱਛਾ। ਤੁਹਾਡੇ ਚਿੱਤ ਵਿੱਚ ਇੱਛਾ ਕੀ ਹੋਵੇ, ਤੁਹਾਡਾ ਮਨ ਚਾਹੁੰਦਾ ਕੀ ਹੈ। ਕਿਹਨੂੰ ਪੁੱਛਾਂਗੇ? ਸਤਿਗੁਰਾਂ ਨੂੰ। ਸਤਿਗੁਰਾਂ ਨੂੰ ਪੁੱਛਾਂਗੇ ਤੁਹਾਡੇ ਮਨ ਵਿੱਚ ਅਸਲ ਦੇ ਵਿੱਚ ਕੀ ਹੈ। ਇਹ ਆਪਾਂ ਕੱਲ੍ਹ ਨੂੰ ਦੱਸਾਂਗੇ ਇੱਛਾ ਸਾਡੀ ਕਿਵੇਂ ਦੀ ਚਾਹੀਦੀ। ਅੱਜ ਤੁਸੀਂ ਜਿਹੜਾ ਵੀ ਪਰਿਵਾਰ ਵਾਕਈ ਸੱਚੀ ਮੁੱਚੀ ਧਾਰਮਿਕ ਹੈ, ਜਿਹੜਾ ਵੀ ਪਰਿਵਾਰ ਧਰਮ ਨੂੰ ਚੰਗੀ ਤਰ੍ਹਾਂ ਮੰਨਦਾ ਤੇ ਚਾਹੁੰਦਾ ਵੀ ਸਾਨੂੰ ਕੁਛ ਨਾ ਕੁਛ ਅੰਦਰੋਂ ਲੱਭੇ ਧਰਮ ਤੋਂ, ਬੱਚਿਆਂ ਦੇ ਨਾਲ ਡਿਸਕਸ ਸ਼ੁਰੂ ਕਰਨੀ ਵੀ ਜੇ ਮੰਨ ਕੇ ਚੱਲੋ ਅਸੀਂ ਨਾਮ ਜਪਦੇ ਆ ਕਾਮਯਾਬ ਹੋ ਜਾਣੇ। ਸਾਡੇ ਰੱਬ ਆ ਕੇ ਸਾਹਮਣੇ ਖਲੋ ਜਾਂਦਾ, ਹਾਂ ਵੀ ਪੁੱਤਰ ਦੱਸ ਕੀ ਚਾਹੀਦਾ। ਵੈਸੇ ਹੈ ਨਹੀਂ, ਇਹ ਨਿਯਮਾਂ ਤੋਂ ਬਾਹਰ ਹੈ। ਗੁਰਮਤਿ ਜਿਹਨੂੰ ਕਹਿੰਦੇ ਨਾ ਉਹਦੇ ਨਿਯਮਾਂ ਤੋਂ ਬਾਹਰ। ਫਿਰ ਵੀ ਮੰਨ ਕੇ ਚਲੋ ਜੇ ਰੱਬ ਆ ਜੇ ਤੇ ਮੰਗਣਾ ਕੀ ਹੈ, ਇਹ ਸਾਨੂੰ ਗੁਰਮਤਿ ਤੋਂ ਸੋਝੀ ਮਿਲੇਗੀ। ਤੇ ਗੁਰਮਤਿ ਦੇ ਸ਼ਬਦਾਂ ਦੇ ਰਾਹੀਂ ਆਪਾਂ ਇਹ ਸਿੱਧ ਕਰਾਂਗੇ ਕਿ ਸਤਿਗੁਰੂ ਜੀ ਕੀ ਕਹਿੰਦੇ, ਕੀ ਮੰਗਣਾ ਚਾਹੀਦਾ। ਤੇ ਸਤਿਗੁਰੂ ਜੀ ਕਹਿੰਦੇ ਇੱਛਾ ਕੀ ਚਾਹੀਦੀ ਮੁੱਢ 'ਚ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਧਾਰਮਿਕ ਹੁੰਦੇ ਤਬ ਚਰਨਨ ਮਨ ਰਹੇ ਹਮਾਰਾ। ਇਹ ਸਾਰਿਆਂ ਤੋਂ ਪਹਿਲਾਂ ਸਾਡੀ ਇੱਛਾ ਹੋਵੇ, ਜਿਹੜਾ ਮੇਰਾ ਮਨ ਹੈ ਵਾਹਿਗੁਰੂ 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 ਅਸੀਂ ਬੋਲਦੇ ਹੋਈਏ ਤੇ ਸਾਡਾ ਮਨ ਵਾਹਿਗੁਰੂ ਵਾਹਿਗੁਰੂ ਸੁਣਦਾ ਹੋਵੇ, ਉਹਦੇ ਚਰਨਾਂ ਵਿੱਚ ਲੱਗਾ ਹੋਵੇ। ਬਸ ਇੰਨੀ ਖੇਡ, ਇੰਨੀ ਕੀ ਖੇਡ ਪੂਰਨ ਹੋਏ ਚਿੱਤ ਕੀ ਇੱਛਾ। ਤੇ ਚਿੱਤ ਸਾਡੇ ਵਿੱਚ ਕੀ ਹੋਵੇ, ਤਬ ਚਰਨਨ ਮਨ ਰਹੇ ਹਮਾਰਾ। ਮੇਰਾ ਜਿਹੜਾ ਮਨ ਹੈ ਤੇਰੇ ਚਰਨਾਂ ਵਿੱਚ ਲੱਗਾ ਰਵੇ। ਐ ਵਾਹਿਗੁਰੂ ਜੀ, ਐ ਖੁਦਾ ਜੀ, ਐ ਰੱਬ ਜੀ। ਤੇ ਗੁਰੂ ਤੋਂ ਕੀ ਲੈਣਾ? ਗਿਆਨ। ਤੇ ਗੁਰੂ ਤੋਂ ਹੋਰ ਕੀ ਲੈਣਾ? ਸਤਿਗੁਰੂ ਜੀ ਮਿਹਰ ਪਾਇਆ, ਮਹਿਰਮਤ ਭਰਿਆ ਹੱਥ ਜੇ ਕਿਤੇ ਸਾਡੇ ਤੇ ਰੱਖ ਦੇਵੇਂ ਤੇ ਫਿਰ ਤੇਰੇ ਦੱਸੇ ਮੁਤਾਬਕ ਚੱਲ ਸਕਦੇ, ਵਰਨਾ ਸਾਡੇ ਵੱਸ ਦਾ ਰੋਗ ਨਹੀਂ। ਸਤਿਗੁਰੂ ਜੀ ਸਾਡੇ ਵੱਸ ਦਾ ਨਹੀਂ ਰੋਗ। ਜੇ ਤੂੰ ਚਲਾ ਲੈ ਤੇ ਚਲਾ ਲੈ, ਚਲੋ ਥੋੜਾ ਚਲਾ ਲਿਆ ਕਰ, ਬਹੁਤਾ ਨਹੀਂ, ਥੋੜਾ ਚਲਾ ਲਿਆ ਕਰ। ਸਹਿਜ ਦਾ ਜੀਵਨ, ਜੋ ਵੀ ਸਹਿਜ ਦਾ ਜੀਵਨ ਜਿਉਂਦਾ ਹੈ ਜਿਸ ਤਰ੍ਹਾਂ ਦਾ ਵੀ ਹੈ ਸਿੱਖ ਧਰਮ ਦੇ ਵਿੱਚ, ਉਹਨੂੰ ਸਤਿਗੁਰੂ ਜੀ ਬਹੁਤ ਵੱਡੇ ਮਾਣ ਮਰਿਆਦਾ ਦਿੰਦੇ। ਜਿਹੜਾ ਸਹਿਜ ਦਾ ਜੀਵਨ ਜਿਉਂਦਾ, ਜਿਸ ਤਰ੍ਹਾਂ ਦਾ ਵੀ ਉਹਦਾ ਜੀਵਨ ਹੈ, ਧਾਰਮਿਕ ਪੰਗੇਬਾਜ਼ੀ ਨਹੀਂ ਕਰਦਾ ਜਿਹੜਾ,
ਜਿਹੜਾ ਬੰਦਾ ਧਾਰਮਿਕ ਪੰਗੇਬਾਜ਼ੀ ਨਹੀਂ ਕਰਦਾ ਤੇ ਪੰਗੇਬਾਜ਼ੀ ਕਰਨ ਤੋਂ ਪਹਿਲਾਂ ਧਾਰਮਿਕ ਪੰਗੇਬਾਜ਼ੀ ਕਰਨ ਤੋਂ ਪਹਿਲਾਂ ਗੁਰੂ ਤੋਂ ਚੰਗੀ ਤਰ੍ਹਾਂ ਪੁੱਛ ਲੈਂਦਾ, ਸਟੱਡੀ ਕਰ ਲੈਂਦਾ ਆਪਦੇ ਧਰਮ ਦੀ, ਗੁਰਮਤਿ ਦੀ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਇੱਕ ਓੰਕਾਰ ਤੋਂ ਲੈ ਕੇ 18 ਦਸ 20 ਤੱਕ ਇੱਕ ਕਾਪੀ ਲੈ ਲੈਣਾ ਤੇ ਨੋਟਸ ਬਣਾਉਣੇ ਸ਼ੁਰੂ ਕਰ ਦੇਣੇ। ਜੋ ਕੁਝ ਤੁਸੀਂ ਕਰਨ ਲੱਗੇ ਹੋ, ਮੰਨ ਕੇ ਚੱਲੋ 5 ਬਾਣੀਆਂ ਦਾ ਨਿਤਨੇਮ ਸ਼ੁਰੂ ਕਰਨ ਲੱਗੇ, ਤੁਹਾਨੂੰ ਕਿਸੇ ਨੇ ਵੀ ਦੱਸਤਾ ਹਾਥੀ ਦੇ ਪੈਰ 'ਚ ਸਭ ਦਾ ਪੈਰ, ਤੁਹਾਨੂੰ ਕਿਸੇ ਨੇ ਵੀ ਦੱਸਤਾ ਤੇ ਤੁਸੀਂ ਸ਼ੱਕ ਕਢਾਉਣਾ ਆਪਦੇ ਗੁਰੂ ਤੋਂ ਵੀ ਮੇਰੇ ਸਤਿਗੁਰੂ ਜੀ ਮੈਨੂੰ ਕਿਸੇ ਨੇ ਇੰਜ ਕਰਕੇ ਦੱਸ ਦਿੱਤਾ ਤੇ ਮੈਂ ਹੁਣ 5 ਬਾਣੀਆਂ ਦਾ ਨਿਤਨੇਮ ਕਰਿਆ ਕਰਾਂ। ਕੌਣ ਦੱਸੇਗਾ? ਸਤਿਗੁਰੂ ਜੀ। ਫਿਰ ਸਤਿਗੁਰੂ ਤੋਂ ਪੁੱਛਣ ਵਾਸਤੇ ਇੱਕ ਓੰਕਾਰ ਤੋਂ ਲੈ ਕੇ 18 ਦਸ 20 ਤੱਕ ਸਹਿਜ ਪਾਠ ਕਰਨਾ ਤੇ ਨੋਟਸ ਬਣਾਈ ਜਾਣੇ। ਕਿਤੇ ਨਾ ਕਿਤੇ ਵਿੱਚ ਲਿਖਿਆ ਤਾਂ ਨਹੀਂ, ਕਿਤੇ 5 ਬਾਣੀਆਂ ਦਾ ਨਾਮ ਆਉਂਦਾ ਹੋਵੇ ਵੀ 5 ਬਾਣੀਆਂ ਦਾ ਨਿਤਨੇਮ ਕਰੋਗੇ ਤੇ ਤੁਹਾਨੂੰ ਆਹ ਫਲ ਮਿਲੇਗਾ। ਤੇ ਜੇ ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇ, ਇਟ ਮੀਨਜ਼ ਅਸੀਂ ਆਪਦੇ ਗੁਰੂ ਦੀ ਗੱਲ ਨੂੰ ਮੰਨ ਨਹੀਂ ਰਹੇ, ਅਸੀਂ ਮਨਮੁਖ ਹਾਂ, ਆਪਣੇ ਮਨ ਦੀ ਮੱਤ ਦੇ ਮੁਤਾਬਕ ਚੱਲਣ ਵਾਲੇ ਤੇ ਖੁਸ਼ ਬੜੇ ਹੁੰਦੇ। ਸਤਿਗੁਰੂ ਜੀ ਤੁਹਾਨੂੰ ਇੱਕੋ ਹੀ ਗੱਲ ਕਹਿੰਦੇ, ਸਹਿਜ ਦਾ ਜੀਵਨ ਬਤੀਤ ਕਰੋ ਪਿਆਰਿਓ। ਜੇ ਮੇਰੇ ਸਿੱਖ ਹੋ ਤੇ ਸਹਿਜ ਦਾ ਜੀਵਨ ਬਤੀਤ ਕਰੋ, ਜੇ ਮੇਰੇ ਸਿੱਖ ਹੋ ਤੇ ਸਹਿਜ ਦਾ ਜੀਵਨ ਬਤੀਤ ਕਰੋ। ਜਿੰਨਾ ਤੁਸੀਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹੋ ਲੇਖੇ 'ਚ। ਜੇ ਅੰਮ੍ਰਿਤ ਨਹੀਂ ਛਕਿਆ ਤੇ ਮੂਲ ਮੰਤਰ ਦਾ ਪਾਠ। ਜੇ ਮੇਰੇ ਤੇ ਸ਼ੱਕ ਹੈ ਤੇ ਆਪਣੇ ਗੁਰੂ ਤੋਂ ਪੁੱਛੋ, ਟਿਕਾ ਕੇ ਪੁੱਛੋ। ਇੱਕ ਓੰਕਾਰ ਤੋਂ ਲੈ ਕੇ 18 ਦਸ 20 ਤੱਕ ਗੁਰੂ ਆਪਦੇ ਨੂੰ ਪੁੱਛੋ, ਸਤਿਗੁਰੂ ਜੀ ਵਾਕਈ ਸੱਚੀ ਗੱਲ ਕਿ ਝੂਠੀ? ਕਿਸੇ ਦੇ ਵਾਕੇ ਵੀ ਨਹੀਂ ਲੱਗਣਾ, ਮੇਰੇ ਵੀ ਨਹੀਂ ਲੱਗਣਾ, ਤੁਸੀਂ ਮੇਰੇ ਆਖੇ ਵੀ ਨਹੀਂ ਲੱਗਣਾ ਕਿਤੇ ਆਪਣੇ ਸਤਿਗੁਰਾਂ ਦੇ। ਤੇ ਸਤਿਗੁਰੂ ਜੋ ਕੁਝ ਸਮਝਾਉਂਦੇ ਉਹ ਪਿਆਰਿਓ ਸਹਿਜ ਹੈ। ਅਸਲ ਦੇ ਵਿੱਚ ਸਤਿਗੁਰੂ ਜੀ ਸਾਰੀ ਗੱਲ ਇੱਕੋ ਹੀ ਸਮਝਾਉਂਦੇ, ਸਹਿਜ ਸਹਿਜ ਸੁਭਾਏ ਹੋਏ ਸੋਏ ਤੇ ਕਰਨੇ ਹਾਰ ਪਛਾਣੇ ਹੋਏ। ਤੁਹਾਡਾ ਮਾਲਕ ਤੁਹਾਨੂੰ ਪਛਾਣਦਾ ਤੁਸੀਂ ਕੀ ਕਰ ਰਹੇ ਹੋ ਧਾਰਮਿਕ ਤੌਰ ਤੇ, ਤੁਹਾਡੇ ਮਨ ਦੀ ਇੱਛਾ ਕੀ ਹੈ, ਤੁਸੀਂ ਚਾਹੁੰਦੇ ਕੀ ਹੋ, ਕਾਹਦੇ ਵਾਸਤੇ ਧਾਰਮਿਕ ਬਣੇ ਹੋ, ਉਹ ਬਿਲਕੁਲ ਜਾਣਦਾ ਹੁੰਦਾ। ਘਟ ਕੇ ਅੰਦਰ ਕੀ ਜਾਣਤ ਤੇ ਭਲੇ ਬੁਰੇ ਕੀ ਪੀਰ ਪਛਾਨਤ। ਉਹ ਭਲਿਆਂ ਤੇ ਬੁਰਿਆਂ ਬੰਦਿਆਂ ਦੀ ਹਰ ਇੱਕ ਅੰਦਰ ਦੀ ਘਟਨਾ ਨੂੰ ਜਾਣਦਾ ਹੈ। ਵਾਹਿਗੁਰੂ ਜਾਣਦਾ ਹੈ, ਵਾਹਿਗੁਰੂ। ਸੋ ਉਹਦੇ ਕੋਲੋਂ ਮੰਗਣਾ ਕੀ? ਤੇਰੇ ਚਰਨਾਂ ਵਿੱਚ ਸਾਡਾ ਮਨ ਲੱਗਾ ਰਵੇ, ਇਹ ਆਸਾ ਹੈ। ਆਪਣਾ ਜਾਣ ਕਰੋ ਪ੍ਰਿਤ ਪਾਰਾ। ਤੁਸੀਂ ਮੈਨੂੰ ਆਪਣਾ ਜਾਣ ਕਰਕੇ ਮੇਰੀ ਪ੍ਰਿਤ ਪਾਲਣਾ ਕਰੋ, ਤੁਸੀਂ ਕਰੋ ਮੇਰੀ ਪ੍ਰਿਤ ਪਾਲਣਾ ਆਪਣਾ ਜਾਣ ਕੇ। ਤੇ ਹੁਣ ਅਸੀਂ ਉਹਨੂੰ ਹੁਕਮ ਨਹੀਂ ਸੁਣਾਉਣੇ ਵੀ ਮੇਰੀ ਪ੍ਰਿਤ ਪਾਲਣਾ। ਆਪਾਂ ਕੋਈ ਭੂਤ ਪ੍ਰੇਤ ਵਸ ਵਿੱਚ ਨਹੀਂ ਕੀਤਾ, ਆਪਾਂ ਅਜਰਾਈਲ ਫਰੇਸ਼ਤਾ ਵਸ ਵਿੱਚ ਨਹੀਂ ਕੀਤਾ, ਆਪਾਂ ਕਿਸੇ ਦੇਵਤੇ ਨੂੰ ਵਸ 'ਚ ਨਹੀਂ ਕੀਤਾ, ਆਪਾਂ ਕਿਤੇ ਫਕਰ ਵਸ 'ਚ ਨਹੀਂ ਕੀਤਾ, ਅਸੀਂ ਕੋਈ ਫਕੀਰ ਵਸ 'ਚ ਨਹੀਂ ਕੀਤਾ ਵੀ ਜਿਹਨੂੰ ਆਪਾਂ ਹੁਕਮ ਸੁਣਾਵਾਂਗੇ ਲੈ ਵੀ ਸਾਡਾ ਐਵੇਂ ਦਾ ਕੰਮ ਕਰਦੇ। ਗੁਰਮਤਿ ਕੀ ਕਹਿੰਦੀ? ਸਹਿਜ ਦਾ ਜੀਵਨ ਬਤੀਤ ਕਰੋ। ਜਿਸ ਤਰ੍ਹਾਂ ਦਾ ਵੀ ਤੁਹਾਡਾ ਜੀਵਨ ਹੈ ਉਹਨੂੰ ਚੱਲਣ ਦਿਓ ਤੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੋ। ਆਪਣਾ ਜਾਣ ਕਰੋ ਪ੍ਰਿਤ ਪਾਰਾ। ਮਾਲਕ ਜੀ ਤੁਸੀਂ ਮੈਨੂੰ ਆਪਣਾ ਜਾਣ ਕੇ ਮੇਰੀ ਪ੍ਰਿਤ ਪਾਲਣਾ ਤੁਸੀਂ ਆਪ ਕਰੋ ਆਪਦੇ ਹਿਸਾਬ ਨਾਲ। ਤੇ ਉਹਨੂੰ ਆਰਡਰ ਨਾ ਸੁਣਾਈਏ, ਬਾਬਾ ਜੀ ਬੜੀ ਪ੍ਰੋਬਲਮ, ਕਦੀ ਚੱਲਦੀ ਨਹੀਂ ਚੰਗੀ ਤਰ੍ਹਾਂ, ਕੰਮ ਕਾਰੋਬਾਰ ਮੇਰਾ ਚਲਾ ਦੇ ਵਧੀਆ। ਇਹਦਾ ਮਤਲਬ ਵੀ ਅਸੀਂ ਅਜੇ ਧਾਰਮਿਕ ਬਣੇ ਨਹੀਂ, ਉਸ ਤਰ੍ਹਾਂ ਖਵਾ ਰਹੇ ਹਾਂ ਧਾਰਮਿਕ। ਤੇ ਜਿਹੜਾ ਧਾਰਮਿਕ ਬਣ ਜਾਵੇਗਾ ਉਹਦਾ ਸਹਿਜ ਦਾ ਜੀਵਨ ਹੋਵੇਗਾ, ਬਿਲਕੁਲ ਹੀ ਸਹਿਜ ਸੁਭਾਏ ਆਪਣੇ ਜੀਵਨ ਨੂੰ ਬਤੀਤ ਕਰੇਗਾ। ਜੋ ਵੀ ਜ਼ਿੰਦਗੀ ਵਿੱਚ ਹੋਈ ਜਾਂਦਾ ਉਹ ਬਸ ਕੰਮ ਸੇ ਕੰਮ ਆਪਣੀ ਮਿਹਨਤ ਕਰਕੇ ਤੇ ਉਹਦੇ ਚੋਂ ਬਾਹਰ ਨਿਕਲਣ ਦਾ ਯਤਨ ਕਰੇਗਾ। ਰੱਬ ਨੂੰ ਨਹੀਂ ਕਹੇਗਾ ਰੱਬਾ ਇੰਜ ਨਹੀਂ ਤੇ ਮੇਰਾ ਇੰਜ ਕਰ ਦੇ। ਇੱਕ ਨਾ ਦੇ ਘਰ ਪੁੱਤ, ਇਹਨਾਂ ਘਰ ਇੱਕ ਨਾ ਘਰ ਪੋਤਰੇ, ਇੱਕ ਨਾ ਘਰ ਧੀਆਂ ਤੇ ਧੀਆਂ ਦੇ ਘਰ ਦੋਤਰੇ। ਇੱਕ ਦੇ ਘਰ ਹੋਵੇ ਇੱਕ ਤੇ ਜਿਉ ਵੀ ਜਾਵੇ ਮਰ। ਤੇ ਕਿਹੜਾ ਆਖੇ ਸਾਹਿਬ ਨੂੰ ਇੰਜ ਨਹੀਂ ਤੂੰ ਇੰਜ ਕਰ, ਕਿਹੜਾ ਆਖੇ ਸਾਹਿਬ ਨੂੰ ਇੰਜ ਨਹੀਂ ਤੂੰ ਇੰਜ ਕਰ, ਉਹ ਨਹੀਂ ਕਿਸੇ ਦੇ ਆਖੇ ਲੱਗਦਾ। ਉਹ ਪਾਵਰ ਬਹੁਤ ਵੱਡੀ ਹੈ। ਉਹਨੂੰ ਚੰਗਾ ਕੀ ਲੱਗਦਾ? ਤੁਹਾਡੇ ਸਹਿਜ ਦਾ ਜੀਵਨ ਚੰਗਾ ਕੀ ਲੱਗਦਾ? ਸਹਿਜ ਦਾ ਜੀਵਨ। ਕੁਝ ਤੁਸੀਂ ਉਹਦੇ ਨਾਂ ਤੇ ਕੋਈ ਕਰਮਕਾਂਡ ਨਾ ਕਰ ਰਹੇ ਹੋ, ਧਰਮ ਦਾ ਕੋਈ ਵੀ ਕਰਮਕਾਂਡ ਉਹਦੇ ਨਾਂ ਤੇ ਨਾ ਕਰ ਰਹੇ ਹੋਵੇ। ਲੈ ਬਾਬਾ ਤੇਰੇ ਨਾਂ ਤੇ ਆਪਾਂ ਕਰ ਰਹੇ ਹਾਂ, ਉਹਦਾ ਪੁੱਤ ਆਪਾਂ ਨੂੰ ਨਹੀਂ ਮਨਜ਼ੂਰ। ਸਹਿਜ ਆਪਣਾ ਜਾਣ ਕਰੋ ਪ੍ਰਿਤ ਪਾਰਾ। ਕਲਗੀਧਰ ਪਾਤਸ਼ਾਹ ਜੀ ਦੇ ਬੋਲ ਤੱਕੜੀ ਦੇ ਵਿੱਚ ਤਰਾਜੂ ਦੇ ਵਿੱਚ ਪਾ ਕੇ ਤੋਲ ਲੈਣਾ। ਕੀ ਕਲਗੀਧਰ ਪਾਤਸ਼ਾਹ ਜੀ ਦੇ ਹਾਣੀ ਹਨ? ਕੀ ਵਾਕਈ ਹੋ ਸਕਦੇ ਜੀ ਕਲਗੀਧਰ ਪਾਤਸ਼ਾਹ ਜੀ ਦੇ ਬੋਲ? ਕਿ ਕਲਗੀਧਰ ਪਾਤਸ਼ਾਹ ਜੀ ਦੀ ਸ਼ਖਸੀਅਤ ਤੇ ਇਹਨਾਂ ਬੋਲਾਂ ਨੂੰ ਜਦੋਂ ਆਪਾਂ ਤਰਾਜੂ ਵਿੱਚ ਪਾ ਕੇ ਤੋਲਾਂਗੇ ਤੇ ਮੇਰੀ ਨਿਗਾਹ ਦੇ ਵਿੱਚ ਇਹ ਬੋਲ ਬਿਲਕੁਲ ਕਲਗੀਧਰ ਪਾਤਸ਼ਾਹ ਜੀ ਦੇ ਬਿਲਕੁਲ ਤੋਲ ਵਿੱਚ ਪੂਰੇ ਉਤਰਦੇ। ਨਿਰੰਕਾਰ ਨਾਲ ਟੱਚ ਕਰਕੇ ਗੱਲ ਵੱਜੀ ਹੋਈ, ਨਿਰੰਕਾਰ ਵਾਹਿਗੁਰੂ ਜੀ ਨਾਲ ਬਿਲਕੁਲ ਆਮੋ ਸਾਹਮਣੇ ਜਿਵੇਂ ਗੱਲ ਕਰੀ ਦੀ ਐਵੇਂ ਗੱਲ ਚੱਲ ਰਹੀ ਹੈ ਵਾਹਿਗੁਰੂ ਜੀ ਨਾਲ।
ਉਹ ਕਹਿੰਦੀ ਆਪਣਾ ਜਾਣ ਕਰੋ ਪ੍ਰਿਤ ਪਾਰਾ, ਮੇਰੀ ਪ੍ਰਿਤ ਪਾਲਣਾ ਤੁਸੀਂ ਆਪਣਾ ਜਾਣ ਕੇ ਕਰੋ। ਆਪਾਂ ਜੇ ਸਾਰਾ ਸ਼ਬਦ ਪੜ੍ਹ ਲਈਏ, ਅਮਰੀ ਕਰੋ ਹੱਥ ਦੇ ਰੱਛਾ, ਕਿਰਪਾ ਕਰਕੇ ਮੇਰੀ ਹੱਥ ਦੇ ਕੇ ਰੱਖਿਆ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਮੇਰੇ ਚਿੱਤ ਦੀ ਇੱਛਾ ਪੂਰਨ ਹੋ ਜਾਵੇ। ਤੇ ਚਿੱਤ ਦੀ ਇੱਛਾ ਕਿਹੜੀ ਹੋਵੇ? ਤਵ ਚਰਨਾਂ ਨੂੰ ਮੰਨ ਰਹੇ ਹਮਾਰਾ, ਮੇਰਾ ਜਿਹੜਾ ਮਨ ਹੈ ਤੇਰੀ ਚਰਨਾਂ ਵਿੱਚ ਲੱਗਾ ਰਵੇ ਤੇ ਆਪਣਾ ਜਾਣ ਕਰੋ ਪ੍ਰਿਤ ਪਾਰਾ। ਇਸ ਤਰ੍ਹਾਂ ਕਰਕੇ ਤੁਸੀਂ ਮੈਨੂੰ ਆਪਣਾ ਜਾਣ ਕਰਕੇ ਪ੍ਰਿਤ ਪਾਲਣਾ ਕਰੋ ਮੇਰੀ। ਹਮਰੇ ਦੋਸਤ ਸਭੇ ਤੁਮ ਘਾਵੋ ਹੋ, ਸ਼ਿਵ ਜੀ ਹੋਣੀ ਪਾਰਵਤੀ ਹੋਣੀ ਬੈਠੇ ਦੋਨੋਂ ਜਾਣੇ ਤੇ ਆਵਾਜ਼ਾਂ ਆਈ ਜਾਂਦੀਆਂ ਕਿਤੋਂ, ਸ਼ਿਵ ਜੀ ਆ ਜਾ, ਓਮ ਨਮঃ ਸ਼ਿਵਾਏ, ਓਮ ਨਮঃ ਸ਼ਿਵਾਏ। ਕੋਈ ਪਤਾ ਲੱਗਾ ਤੇ ਲੱਗਾ ਤੇ ਲੱਗਾ, ਪਤਾ ਹੀ ਨਹੀਂ ਕਿੰਨੇ ਚਿਰਾਂ ਦਾ, ਤੇ ਬੜਾ ਆਵਾਜ਼ਾਂ ਮਾਰਦਾ। ਉਹ ਆਂਦੀ ਸ਼ਿਵ ਜੀ ਦੇ ਘਰ ਵਾਲੀ ਕਹਿੰਦੀ, ਉਹ ਤੈਨੂੰ ਬਾਬਾ ਆਵਾਜ਼ ਨਹੀਂ ਸੁਣਦੀ? ਉਹ ਆਂਦਾ ਆਵਾਜ਼ ਤਾਂ ਸੁਣਦੀ ਹੈ, ਬੰਦੇ ਦੇ ਅੰਦਰ ਬੇਈਮਾਨੀ ਬੜੀ ਡੂੰਘੀ, ਬੜੀ ਡੂੰਘੀ ਬੇਈਮਾਨੀ। ਇਹਦੇ ਕੋਲੇ ਜਾਣਾ ਆਪਾਂ ਨੂੰ ਵੀ ਪਾਪ। ਆਂਦੀ ਨਹੀਂ, ਚਾਹੇ ਪਾਪ ਤੇ ਚਾਹੇ ਪੁੰਨ, ਜਿਹੜਾ ਭਗਤ ਯਾਦ ਕਰਦਾ ਉਹਦੇ ਕੋਲੇ ਜਾਣਾ ਆਪਣਾ ਫਰਜ਼ ਬਣਦਾ। ਆਂਦਾ ਫਿਰ ਵੇਖ ਲੈ ਜੇ ਨਹੀਂ ਤੂੰ ਅੜਦੀ। ਜਦੋਂ ਗਏ ਉਹਦਾ ਵੀ ਮੋਹ ਮੰਗ ਬਈ ਭਗਤਾ, ਤੇ ਉਹਦੇ ਦਿਲ ਵਿੱਚ ਸੀ ਮੈਂ ਆਪਣੇ ਗੁਆਂਢੀ ਦਾ ਬੇੜਾ ਗਰਕ ਕਰਵਾਉਣਾ। ਆਪਣੇ ਗੁਆਂਢੀ ਦਾ, ਤੁਹਾਨੂੰ ਵੇਖਿਆ ਹੋਵੇਗਾ ਅਤਵੀਤ ਤਵਾਤ ਪਵਾਉਣ ਵਾਲੀਆਂ ਬੀਬੀਆਂ ਕਿਤੇ ਬਾਬਿਆਂ ਕੋਲ ਚਲ ਜਾਂਦੀਆਂ, ਬਾਬਿਆਂ ਨੂੰ ਬਾਬਿਆਂ ਦੀ ਫੀਸ ਦੇ ਕੇ ਤੇ ਗੜਬੜ ਕਰਵਾ ਦਿੰਦੀਆਂ। ਇਸੇ ਤਰ੍ਹਾਂ ਹੀ ਸ਼ਿਵ ਜੀ ਹੋਣੀ ਜਦੋਂ ਗਏ ਉਹਦੇ ਕੋਲੇ, ਉਹ ਕਹਿੰਦਾ ਵੇਖੀ ਸਹੀ, ਇਹ ਬੰਦਾ ਚਾਹੁੰਦਾ ਹੈ ਮੇਰੇ ਹੱਥੋਂ ਆਪਣੇ ਗੁਆਂਢੀ ਦਾ ਬੇੜਾ ਗਰਕ ਕਰਵਾਉਣਾ। ਉਹਦਾ ਵਾਹ ਜੀ ਸ਼ਿਵ ਜੀ ਸਾਹਿਬ, ਧੰਨਵਾਦ ਜੀ, ਬਹੁਤ ਮਿਹਰਬਾਨੀ। ਉਹਦਾ ਵੀ ਮੰਗ ਵੀ ਪੁੱਤਰਾ ਕੀ ਮੰਗਦਾ? ਅਜੇ ਮੰਗਣ ਹੀ ਲੱਗਾ, ਲੈ ਵੀ ਖਲੋ ਜਾ। ਇੱਕ ਗੱਲ ਯਾਦ ਰੱਖੀ, ਜੋ ਕੁਝ ਤੂੰ ਮੰਗੇਗਾ ਉਹ ਤੇਰੇ ਗੁਆਂਢੀ ਨੂੰ ਡਬਲ ਹੋ ਕੇ ਮਿਲਣਾ ਹੀ ਡਬਲ। ਉਹ ਤਾਂ ਲੈ ਵੇਖ ਲਈ, ਨਹੀਂ ਪਤਾ। ਆਂਦਾ ਫਿਰ ਮੇਰੇ ਘਰ ਦੇ ਅੱਗੇ ਇੱਕ ਟੋਇਆ ਪੁੱਟਦੇ, ਦਰਵਾਜ਼ੇ ਦੇ ਅੱਗੇ ਟੋਇਆ ਇੱਕ ਪੁੱਟਿਆ ਕੇ ਸ਼ਕਤੀ ਨਹੀਂ ਪੁੱਟਣਾ ਸੀ। ਭੱਜ ਕੇ ਵੇਖਿਆ ਜਾ ਕੇ ਗੁਆਂਢੀ ਦੇ ਦਰਵਾਜ਼ੇ ਦੇ ਅੱਗੇ 2 ਟੋਏ ਪੁੱਟੇ ਹੋਏ। ਜਦੋਂ ਪਾਰਵਤੀ ਨੂੰ ਕਹਿੰਦਾ ਸ਼ਿਵ ਜੀ ਹੁਣ ਵੇਖੀ ਇਹਦੀ ਵੇਖੀ ਅੰਦਰੋਂ 2 ਮਿੰਟਾਂ ਹੀ ਤੈਨੂੰ ਪਤਾ ਲੱਗ ਜਾਣਾ ਕੀ ਕਰਨਾ ਚਾਹੁੰਦਾ। ਭੱਜਾ ਆਇਆ, ਲਓ ਜੀ ਸ਼ਿਵ ਜੀ ਮਹਾਰਾਜ ਜੀ ਮੇਰੀ ਇੱਕ ਅੱਖ ਕਾਣੀ ਕਰ ਦਿਓ। ਅੰਦਰ ਲੈ ਕਰ ਲਾ ਘਿਓ ਨੂੰ ਪਾਂਡਾ। ਇਹ ਤੇ ਉਹਨੂੰ ਨਾ ਕਰਾਉਣ ਨੂੰ ਫਿਰਦਾ। ਉਹਨੇ ਆਖਿਆ ਇਹੋ ਜਿਹਾ ਕੰਮ ਮੇਰੇ ਕੋਲੋਂ ਨਾ ਕਰਵਾ, ਇਹੋ ਜਿਹੇ ਕੰਮ ਕਰਨ ਵਾਸਤੇ ਸੱਦਣੇ ਤੇ ਦੈਂਤ ਕੋਈ ਸੱਦ, ਕੋਈ ਰਾਖਸ਼ ਸੱਦ, ਦੇਵਤਿਆਂ ਤੇ ਇਹੋ ਜਿਹੇ ਕੰਮ ਨਹੀਂ ਕਰਵਾਈ ਗਏ। ਤੇ ਜਿਸ ਤਰ੍ਹਾਂ ਐਸੀ ਸ਼ਿਵ ਜੀ ਹੋਣੀ ਚਲੇ ਗਏ। ਹਮਰੇ ਦੋਸਤ ਸਭੇ ਤੁਮ ਘਾਵੋ ਹੋ, ਕੋਈ ਅਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋਈਏ ਤੇ ਆਖੀਏ ਸਾਡਾ ਗੁਆਂਢੀ ਬੜਾ ਦੁਖੀ ਕਰਦਾ, ਤੇ ਇਹ ਸਤਿਗੁਰੂ ਜੀ ਹਮਰੇ ਦੋਸਤ ਸਭੇ ਤੁਮ ਘਾਵੋ ਹੋ, ਆਪ ਹੱਥ ਦੇ ਮੋਏ ਬਚਾਵੋ। ਤੇ ਤੁਸੀਂ ਸ਼ਬਦ ਪੜ੍ਹੀ ਚਲੋ। ਆਖੋ ਬਾਬਾ ਜੀ ਸ਼ਹੀਦ ਸਿੰਘ ਆਉਣਗੇ ਤੇ ਦੇਵਤੇ ਫਤਿਹ ਕਰ ਦੇਣਗੇ ਜਿਹੜਾ ਸਾਡਾ ਦੁਸ਼ਮਣ ਹੈ। ਦੋਸਤ ਸਾਡੇ ਕੌਣ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਮਨਸਾ ਤ੍ਰਿਸ਼ਨਾ, ਜੋ ਸਾਨੂੰ ਜਿਉਣ ਨਹੀਂ ਦਿੰਦੇ, ਜੋ ਸਾਨੂੰ ਦੁਖੀ ਕਰਦੇ, ਸਾਡੇ ਦੋਸਤ। ਤੇ ਜਾਂ ਕੋਈ ਬਿਲਕੁਲ ਜ਼ਾਲਮ ਬੰਦਾ ਜਿਹਨੂੰ ਸੋਧਣਾ ਹੀ ਚਾਹੀਦਾ ਤੇ ਜਿਹਨੂੰ ਸੋਧਣਾ ਪੈਂਦਾ, ਉਹੋ ਜਿਹਾ ਬੰਦਾ ਕੋਈ। ਸੋ ਸਤਿਗੁਰੂ ਜੀ ਕਹਿੰਦੇ ਹਮਰੇ ਦੋਸਤ ਸਭੇ ਤੁਮ ਘਾਵੋ ਹੋ। ਘਾਵੋ ਦਾ ਮਤਲਬ ਕਤਲ ਕਰ ਦਿਓ, ਮਾਰ ਦਿਓ, ਖਤਮ ਕਰ ਦਿਓ। ਆਪ ਹੱਥ ਦੇ ਮੋਹੇ ਬਚਾਵੋ, ਤੇ ਮੈਨੂੰ ਹੱਥ ਦੇ ਕੇ ਬਚਾ ਲਓ ਇਹਨਾਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਅਹੰਕਾਰ ਤੋਂ। ਮੈਨੂੰ ਹੱਥ ਦੇ ਕੇ ਬਚਾ ਲਓ ਮੁਗਲਾਂ ਦੇ ਰਾਜ ਤੋਂ। ਜੋ ਕੁਝ ਹੋਇਆ ਸੀ ਕਲਗੀਧਰ ਪਾਤਸ਼ਾਹ ਜੀ ਨਾਲ ਆਪਾਂ ਜਾਣਦੇ। ਇਹ ਸੁਖੀ ਬਸੇ ਮੋਰੋ ਪਰਿਵਾਰ ਆ। ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਕੌਣ ਹੈ? ਆਪਾਂ ਸਿੱਖ। ਇਹਨੂੰ ਪੁੱਤਰਨ ਕੇ ਸੀਤ ਪਾਰ ਵਾਰ ਦੀ ਸੁੱਤ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰਾਂ। ਵੇਖੋ ਕਿੰਨੇ ਹਜ਼ਾਰ ਮੇਰੇ ਪੁੱਤਰ ਤੇ ਮੇਰੀਆਂ ਧੀਆਂ ਅੰਮ੍ਰਿਤ ਛਕਦੇ ਸਾਰੀ ਤੁਹਾਡਾ ਪਿੰਡ ਬਣ ਜਾਂਦਾ ਆਨੰਦਪੁਰ ਸਾਹਿਬ। ਤੁਸੀਂ ਵਾਸੀ ਕਿੱਥੋਂ ਦੇ ਹੋ? ਆਨੰਦਪੁਰ ਸਾਹਿਬ ਜੀ ਦੇ। ਮਾਤਾ ਤੁਹਾਡੀ ਸਾਹਿਬ ਦੇਵਾ ਕੌਰ, ਤੁਹਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਹਾਣੀ ਖਤਮ। ਇੱਕ ਪਰਿਵਾਰ। ਅਸੀਂ ਕਿਹਦੇ ਬੱਚੇ ਬੱਚੀਆਂ ਹਾਂ? ਧਾਰਮਿਕ ਤੌਰ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੋ ਉਹਨਾਂ ਦਾ ਪਰਿਵਾਰ ਕੌਣ ਹੈ? ਅਸੀਂ ਸਿੱਖ। ਸਤਿਗੁਰੂ ਜੀ ਕਹਿੰਦੇ ਸੁਖੀ ਬਸੇ ਮੋਰੋ ਪਰਿਵਾਰਾ, ਮੇਰਾ ਪਰਿਵਾਰ ਸਾਰੇ ਦੇ ਸਾਰੇ ਸਿੱਖ ਸੁਖੀ ਬਸਣ। ਸੇਵਕ ਸਿੱਖ ਸਭੇ ਕਰਤਾਰਾ, ਕਰ ਤਾਰਾ ਸੇਵਕ ਸਿੱਖ ਸਭੇ ਕਰਤਾਰਾ। ਸਾਰਿਆਂ ਨੂੰ ਸੇਵਕ ਸਿੱਖ ਬਣਾ ਕੇ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਨਾ, ਇਸ ਪਰਿਵਾਰ ਦੇ ਲੋਕਾਂ ਨੂੰ ਮੇਰੇ ਸਿੱਖ ਬਣਾ ਕੇ ਪੱਕੇ
ਸੇਵਕ ਬਣਾ ਕੇ ਪੱਕੇ ਤੇ ਸਾਰਿਆਂ ਨੂੰ ਤੁਸੀਂ ਤਾਰ ਦਿਓ। ਐ ਮੇਰੇ ਮਾਲਕ ਜੀ, ਤੁਹਾਡੇ ਚਰਨਾਂ ਨਾਲ ਲੱਗ ਜਾਣ ਸਾਰੇ ਦੇ ਸਾਰੇ ਮੇਰੇ ਸਿੱਖ, ਤੁਹਾਡੀ ਬੰਦਗੀ ਕਰਨ, ਤੁਹਾਡਾ ਨਾਮ ਜਪਣ, ਤੁਹਾਡੀ ਯਾਦ ਵਿੱਚ ਜੁੜਿਆ ਕਰਨ, ਤੁਹਾਡੇ ਸੱਚੇ ਸਿੱਖ ਬਣ ਜਾਣ। ਮੇਰੀ ਬੰਦਨਾ ਹੈ ਤੁਹਾਡੇ ਅੱਗੇ, ਮੇਰੀ ਅਰਦਾਸ ਹੈ। ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਘੇਰੇ ਬੰਨੇ ਹੋਈ ਉਹਨਾਂ ਨੂੰ ਜਦੋਂ ਜਦੋਂ ਤੁਸੀਂ ਵੇਖੋਗੇ, ਉਹ ਸਰਬ ਪੱਖੀ ਸ਼ਖਸੀਅਤ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਦੂਰ ਅੰਦੇਸ਼, ਹਰ ਇੱਕ ਗੱਲ ਨੂੰ ਵਾਚਣ ਵਾਲੇ, ਭਾਪਣ ਵਾਲੇ। ਕੀ ਹੈ, ਲੋਕ ਚਾਹੇ ਲੱਖ ਕਹਿੰਦੇ ਵੀ ਇਹ ਜਿੱਥੇ ਕਿਤੇ ਰਾਜਿਆਂ ਦੀ ਲੜਾਈ ਝਗੜਾ ਹੁੰਦਾ ਤੇ ਬੰਦੇ ਆਪਦੇ ਨਾਲ ਲੈ ਜਾਂਦਾ ਤੇ ਐਵੇਂ ਬੰਦੇ ਮਰਵਾਉਂਦਾ ਫਿਰਦਾ, ਕੀ ਫਾਇਦਾ, ਇਹਨੇ ਕੀ ਕਰਾਉਣਾ ਦੱਸ। ਸਾਧ ਬੰਦਾ ਜਿਸ ਤਰ੍ਹਾਂ ਮੁਸਲਮਾਨ ਧਰਮ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅੱਜ ਵੀ ਕੋਈ ਪਾਕਿਸਤਾਨ ਦੇ ਬੰਦਿਆਂ ਨਾਲ ਜਦੋਂ ਡਿਬੇਟ ਚੱਲਦੀ ਨਾ, ਉਹ ਪੁੱਛਦੇ ਕੌਣ ਤੁਸੀਂ? ਕਲਗੀਧਰ ਪਾਤਸ਼ਾਹ ਜੀ ਦੇ ਅਸੀਂ ਸਿੰਘ ਹਾਂ। ਆਂਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਹੀਂ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਂ ਪੂਰਾ ਪਿਆਰ ਕਰਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨੇ ਤਾਂ ਤਲਵਾਰ ਫੜਾਤੀ। ਸਾਡੇ ਜਿਹੜੇ ਰਾਜ ਤੁਸੀਂ ਖੋਲ੍ਹਿਆ, ਤੁਹਾਡੇ ਹੱਥ 'ਚ ਤਲਵਾਰ ਕਾਹਦੀ ਆ ਗਈ? ਤੁਸੀਂ ਤਾਂ ਸਾਡੇ ਰਾਜ ਹੀ ਖੋਲ੍ਹਿਆ। ਇਸ ਕਰਕੇ ਤੁਹਾਡੇ ਹੱਥ 'ਚ ਤਲਵਾਰ ਫੜਾਉਣ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹ ਕਹਿੰਦੇ ਤੂੰ ਬਾਬਾ ਕੀ ਲੈਣਾ? ਇੱਥੋਂ ਤੱਕ ਲਫ਼ਜ਼ ਬੋਲੇ ਵੀ ਗੁਰੂ ਗੋਬਿੰਦ ਸਿੰਘ ਜੀ ਤਾਂ ਡਾਕੂ ਹੈ ਤੇ ਅਸੀਂ ਡਾਕੂ ਦੇ ਬੱਚੇ ਹਾਂ। ਅਸੀਂ ਵੀ ਡਾਕੂ, ਅਸੀਂ ਆਪਦਾ ਹੱਕ ਲੈਨੇ ਡਾਕਾ ਮਾਰ ਕੇ ਹੱਕ ਲਈਦਾ। ਤੇ ਆਪਾਂ ਜਾਣਦੇ ਸਾਰੇ ਹੀ, ਸਿੱਖ ਕੌਮ ਨੂੰ ਸਾਰੀ ਦੁਨੀਆ ਜਾਣਦੀ, ਵੱਡ ਜਾਣਦਾ ਅੱਜ ਸਿੱਖ ਹੈ ਹੀ ਇਸ ਤਰ੍ਹਾਂ ਦਾ। ਉਧਰ ਕਲਗੀਧਰ ਪਾਤਸ਼ਾਹ ਜੀ ਦੀ ਕੋਈ ਐਸੀ ਕਿਰਪਾ ਹੈ। ਤੋ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੇਰੇ ਸੇਵਕ ਬਣਾ ਕੇ, ਸਿੱਖ ਬਣਾ ਕੇ ਤੇ ਸਾਰਿਆਂ ਦੇ ਸਾਰਿਆਂ ਨੂੰ ਆਪਦੇ ਚਰਨਾਂ ਨਾਲ ਜੋੜ ਲਓ, ਤਾਰ ਲਓ। ਇਹ ਜਦੋਂ ਬਚਨ ਆਪਾਂ ਧਰਮ ਦੇ ਤਰਾਜੂ ਵਿੱਚ ਪਾ ਕੇ ਤੋਲਾਂਗੇ ਤੇ ਬਿਲਕੁਲ ਫੀਲ ਹੁੰਦਾ ਪਿਆਰਿਓ, ਬਿਲਕੁਲ ਹੀ ਵਿਸ਼ਵਾਸ ਬਣਦਾ, ਬਿਲਕੁਲ ਯਕੀਨ ਬਣਦਾ। ਇਹ ਜਿਹੜੇ ਬੋਲ ਕਲਗੀਧਰ ਪਾਤਸ਼ਾਹ ਜੀ ਦੇ ਹਨ ਜੀ, ਵਾਹਿਗੁਰੂ